गुड मॉर्निंग बच्चों, मेरा नाम अंजू गर्ग है। मैं सरकारी हाई स्कूल पूरनपुर विखे बतौर मैथ मिस्ट्रेस अपनी सेवा निभा रही हाँ। बच्चों अज असी की करना है, समांतर चतुर्भुज और त्रिभुजा के खेत्रफल बारे करांगे। सब तो पहला असी गल करांगे कि समांतर चतुर्भुज की होंदे ने ते त्रिभुज की होंदे ने। ठीक है, समांतर चतुर्भुज देखो, दो रेखावां जिहड़ी कि सम्मुख भुजावां समांतर होण उहनूं की कहा जाता है समांतर चतुर्भुज। ए बी सी डी ਇਹਦੇ ਵਿੱਚ ਕੀ ਹੈਗਾ ਕਿ ਜਿਹੜਾ AB ਹੈਗਾ ਤੁਹਾਡਾ ਉਹ DC ਦੇ ਸਮਾਂतर ਹੈ ਤੇ ਜਿਹੜਾ AD ਹੈਗਾ ਉਹ BC ਦੇ ਸਮਾਂतर ਨੇ। ਸਮਾਂतर ਚਤੁਰਭੁਜ ਦੀਆਂ ਸਮੁਖ ਭੁਜਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਬਰਾਬਰ ਹੁੰਦੀਆਂ ਨੇ ਤੇ ਸਮਾਂतर ਹੁੰਦੀਆਂ ਨੇ। ਅਸੀਂ ਜੇਕਰ D ਤੋਂ ਇੱਕ ਲੰਬ ਖਿੱਚੀਏ DE, ਠੀਕ ਹੈ, ਤੇ ਸਮਾਂतर ਚਤੁਰਭੁਜ ਦਾ ਖੇਤਰਫਲ ਕੀ ਹੁੰਦਾ ਹੈਗਾ? ਸਮਾਂतर ਚਤੁਰਭੁਜ ਦਾ ਖੇਤਰਫਲ ਆਧਾਰ ਗੁਣਾ ਲੰਬ। ਇਹਦਾ ਖੇਤਰਫਲ ਹੁੰਦਾ ਸਾਡੇ ਕੋਲ ਆਧਾਰ ਗੁਣਾ ਸਿਖਾ ਲੰਬ। ਠੀਕ ਹੈ, ਹੁਣ ਇਸ ਚਤੁਰਭੁਜ ਦੇ ਵਿੱਚ ਆਧਾਰ ਕੀ ਹੈਗਾ? ਸਾਡੇ ਕੋਲ ਆਧਾਰ ਹੈਗਾ AB ਅਤੇ ਲੰਬ ਕੀ ਹੈਗਾ ਇਹਦੇ ਵਿੱਚ DE। ਇਹਦਾ ਮੀਨਸ ਕਿ ਸਮਾਂतर ਚਤੁਰਭੁਜ ABCD ਦਾ ਖੇਤਰਫਲ ਕੀ ਆ ਜਾਣਾ ਸਾਡੇ ਕੋਲ? AB ਗੁਣਾ DE। ਇਸੇ ਤਰ੍ਹਾਂ ਅਸੀਂ ਹੁਣ ਗੱਲ ਕਰਦੇ ਨੇ ਤ੍ਰਿਭੁਜ ਦੇ ਖੇਤਰਫਲ ਦੀ। ਅਸੀਂ ਤ੍ਰਿਭੁਜ ਲੈ ਲਿੱਤਾ ABC A ਤੋਂ A ਦਾ ਸਿਖਾ ਲੰਬ ਨੇ, ਉੱਥੋਂ ਅਸੀਂ ਲੰਬ ਖਿੱਚਿਆ AD। ठीक है, AD ਇਹਦਾ ਲੰਬ ਆ ਗਿਆ ਤੇ ਤ੍ਰਿਭੁਜ ਦਾ ਖੇਤਰਫਲ ਕੀ ਆ ਜਾਣਾ ਸਾਡੇ ਕੋਲ? 1/2 ਗੁਣਾ ਆਧਾਰ ਗੁਣਾ ਲੰਬ। ਇਹਦਾ ਮਤਲਬ ਇਹਦਾ ਖੇਤਰਫਲ ਆ ਗਿਆ ਸਾਡੇ ਕੋਲ 1/2 ਗੁਣਾ BC ਗੁਣਾ AD। ਸਭ ਤੋਂ ਪਹਿਲਾਂ ਸਮਾਂतर ਚਤੁਰਭੁਜ ਦਾ ਖੇਤਰਫਲ AB ਗੁਣਾ DE ਆ ਗਿਆ ਤੇ ਤ੍ਰਿਭੁਜ ਦਾ ਖੇਤਰਫਲ ਕੀ ਆ ਗਿਆ? 1/2 ਗੁਣਾ BC ਗੁਣਾ AD। ਹੁਣ ਇਹਦੇ ਵਿੱਚ ਅਸੀਂ ਕੀ ਕਰਾਂਗੇ? ਸਮਾਂतर ਚਤੁਰਭੁਜ ਤੇ ਤ੍ਰਿਭੁਜਾਂ ਦਾ ਖੇਤਰਫਲ ਗੱਲ ਕਰਾਂਗੇ ਅਸੀਂ। ਹਜੇ ਤਾਂ ਅਸੀਂ ਸਿਰਫ ਇਹ ਦੱਸਿਆ ਹੈ ਕਿ ਸਮਾਂतर ਚਤੁਰਭੁਜ ਕੀ ਹੁੰਦਾ ਹੈ, ਉਹਦਾ ਖੇਤਰਫਲ ਕੀ ਹੁੰਦਾ ਹੈ, ਤ੍ਰਿਭੁਜ ਕੀ ਹੈਗਾ ਤੇ ਉਹਦਾ ਖੇਤਰਫਲ ਕੀ ਹੈਗਾ। ਹੁਣ ਇੱਕੋ ਹੀ ਆਧਾਰ ਅਤੇ ਸਮਾਂतर ਰੇਖਾਵਾਂ ਦੇ ਵਿਚਕਾਰ ਬਣੇ ਸਮਾਂतर ਚਤੁਰਭੁਜ। ਅਸੀਂ ਗੱਲ ਕਿਹੜੀ ਕਰਨ ਲੱਗੇ ਨੇ? ਇੱਕੋ ਹੀ ਆਧਾਰ, ਮਤਲਬ ਉਹ ਚਤੁਰਭੁਜ ਜਿਨ੍ਹਾਂ ਦਾ ਆਧਾਰ ਇੱਕੋ ਹੀ ਹੋਵੇ ਅਤੇ ਜਿਹੜੇ ਸਮਾਂतर ਰੇਖਾਵਾਂ ਦੇ ਵਿਚਕਾਰ ਹੋਣ ਉਹਨਾਂ ਦੇ ਖੇਤਰਫਲ। ਠੀਕ ਹੈ, ਅਸੀਂ ਲੈ ਲਿੱਤਾ ਇੱਕ ਆਧਾਰ ਲੈ ਲਿੱਤਾ AB। ਆ AB ਮੈਂ ਲਿੱਤਾ ਆਧਾਰ, ਇਹਦੇ ਸਮਾਂतर ਮੈਂ ਇੱਕ ਰੇਖਾ ਲਿੱਤੀ। ਠੀਕ ਹੈ, ਆ ਮੈਂ ਰੇਖਾ ਲੈ ਲਿੱਤੀ L। AB ਜਿਹੜੀ ਹੈਗੀ ਉਹ L ਦੇ ਸਮਾਂतर ਹੈ। ਇੱਥੋਂ ਇੱਕ ਚਤੁਰਭੁਜ ਬਣਾਇਆ ਮੈਂ, ਆਹਾ AB ਦੇ ਸਮਾਂतर ਮੈਂ AB ਦੇ CD समांतर रेखावां, मतलब AD ਜਿਹੜੀ ਹੈਗੀ ਉਹ BC ਦੇ समांतर है। जेकर AD BC ਦੇ समांतर हैगी ਤਾਂ ਸਾਡੇ ਕੋਲ ਕੀ ਬਣ ਗਿਆ? ABCD ਇੱਕ समांतर चतुर्भुज बन गया। ठीक है, ABCD ਇੱਕ समांतर चतुर्भुज। इसी तरह मैं एक होर जोड़ा लै लगी समांतर भुजावां ਦਾ। मैं ਇੱਥੋਂ ਲੈ ਲਿੱਤਾ ਇੱਕ, मैं आ समांतर रेखा खिंची ਤੇ ਇਹਦੇ समांतर मैं ਇੱਥੋਂ भी एक रेखा ਲੈ लिੱਤੀ। ਇਹਨੂੰ ਮੈਂ ਨਾਂ ਦਿੱਤਾ E ਦਾ ਤੇ ਇਹਨੂੰ ਮੈਂ ਨਾਂ ਦਿੱਤਾ F ਦਾ। ਹੁਣ ਦੇਖੋ BE ਜਿਹੜੀ ਹੈਗੀ ਉਹ ਵੀ ਕੀ ਹੈਗੀ? AF ਦੇ ਸਮਾਂतर। BE ਸਮਾਂतर ਹੈ AF ਦੇ। ਜੇਕਰ BE AF ਦੇ ਸਮਾਂतर ਹੈਗੀ ਆ AF ਦੇ BE ਤਾਂ ਕੀ ਆ ਗਿਆ ਸਾਡੇ ਕੋਲ? ABEF ਇੱਕ ਸਮਾਂतर ਚਤੁਰਭੁਜ। ਕਿਉਂਕਿ ਇੱਕ ਜੋੜਾ ਤਾਂ ਅਸੀਂ ਸਮਾਂतर ਲੈ ਕੇ ਹੀ ਚੱਲੇ ਆ, ਦੂਸਰਾ ਅਸੀਂ ਰਚਨਾ ਕਰਤੀ। ਇੱਥੋਂ ਪਹਿਲਾਂ AD ਲਿੱਤੀ ਸੀਗੀ BC ਦੇ ਸਮਾਂतर, ਬਾਅਦ ਚ ਅਸੀਂ AF ਲਿੱਤਾ BE ਦੇ ਸਮਾਂतर ਤੇ ABEF ਵੀ ਕੀ ਆ ਗਿਆ ਸਾਡੇ ਕੋਲ? ਇੱਕ ਸਮਾਂतर ਚਤੁਰਭੁਜ। ਹੁਣ ਸਾਡੇ ਕੋਲ ਇੱਕ ਹੀ ਆਧਾਰ AB ਉੱਤੇ ਦੋ ਸਮਾਂतर ਚਤੁਰਭੁਜ ਨੇ ABCD ਅਤੇ ਦੂਜਾ ਚਤੁਰਭੁਜ ABEF। ਆ ਦੋਨੋਂ ਹੀ ਇੱਕੋ ਹੀ ਆਧਾਰ AB ਉੱਤੇ ਨੇ ਤੇ ਸਮਾਂतर ਰੇਖਾਵਾਂ ਦੇ ਵਿਚਕਾਰ ਹੈਗੇ। ਠੀਕ ਹੈ, ABCD। ਅਸੀਂ ਇਹੀ ਚੀਜ਼ ਕਰਨੀ ਸੀਗੀ ਕਿ ਦੋ ਚਤੁਰਭੁਜ ਕਿੱਦਾਂ ਇੱਕੋ ਹੀ ਆਧਾਰ ਤੇ ਸਮਾਂतर ਰੇਖਾਵਾਂ ਦੇ ਵਿਚਕਾਰ ਹੁੰਦੇ ਨੇ। ਹੈਗੇ ਵੀ ਇਹ ਸਮਾਂतर ਚਤੁਰਭੁਜ ਤੇ ਇੱਕੋ ਹੀ ਇਹਨਾਂ ਦਾ ਆਧਾਰ ਹੈਗਾ AB। ਆ ਵੀ AB ਤੋਂ ਹੀ ਬਣ ਰਿਹਾ ABCD ਤੇ ਇਹ ਵੀ ਇੱਕੋ ਹੀ ਆਧਾਰ AB ਤੋਂ ਬਣ ਰਿਹਾ ABEF। ਹੁਣ ਅਸੀਂ ਇਹਦੇ ਨਾਲ ਹੀ ਇੱਕ ਥਿਊਰਮ ਕਰਾਂਗੇ। ਥਿਊਰਮ ਕੀ ਹੈ ਸਾਡੀ? ਥਿਊਰਮ ਸਾਨੂੰ ਕਹਿੰਦੀ ਹੈ ਇੱਕੋ ਹੀ ਆਧਾਰ ਅਤੇ ਇੱਕ ਹੀ ਸਮਾਂतर ਰੇਖਾਵਾਂ ਦੇ ਇੱਕ ਹੀ ਆਧਾਰ ਅਤੇ ਇੱਕ ਹੀ ਸਮਾਂतर ਰੇਖਾਵਾਂ ਦੇ
ਦੇ ਵਿਚਕਾਰ बने चतुर्भुज, ठीक है, इको ही आधार ते एक ही समांतर रेखावां दे विचकार बने चतुर्भुज खेत्रफल विच समान होंदे ने। की है कि साडे कोल थ्योरम खेत्रफल विच समान होंदे ने। इको ही आधार अते समांतर रेखावां दे विचकार बने चतुर्भुज समान होंदे ने। असी यही सेम चित्र ही बनाना है, इस करके मैं यही चित्र बना रही हूँ, ठीक है। ए बी सी डी, ये जिहड़ा चित्र हैगा इहदे विच भी इको ही आधार, ए बी उत्ते दो चतुर्भुज बने हुए ने, एक हैगा ए बी सी डी ते एक हैगा ए बी ई एफ। इस थ्योरम दा थ्योरम दे विच सब तो पहला दिता हैगा की दिता हैगा सानू, दिता हैगा चतुर्भुज ए बी सी डी अते चतुर्भुज ए बी ई एफ। ए बी ई एफ इको ही आधार, इको ही आधार ए बी उत्ते अते समांतर रेखावां अते समांतर रेखावां ए बी अते सी एफ सी दे, ए बी अते एफ सी दे विचकार, ठीक है। यही सानू दिता होया क्योंकि असी लैके चल रहे हैं कि दो चतुर्भुजां दा आधार भी इको जिहा हैगा ते ओह समांतर रेखावां दे विचकार हैगे। हुण असी सिद्ध करना हैगा, सिद्ध की करना हैगा, सिद्ध करना हैगा ए बी सी डी दा जिहड़ा खेत्रफल हैगा ओह किदे बराबर हैगा, ए बी ई एफ दे खेत्रफल दे, ए बी ई एफ दा खेत्रफल, ठीक है। ए बी सी डी का जिहड़ा खेत्रफल हैगा वो ए बी ई एफ दे खेत्रफल दे बराबर है। ये असी हल करना हैगा। हुण असी करांगे इहदा सबूत। सबूत विच देखो असी दो ट्रायंगल्स लैने हैं, दो त्रिभुजां लैनियां, ठीक है। आ दिखाई दे रही है तुहानूं एक त्रिभुज ए डी एफ ते दूजी त्रिभुज बी सी ई, दो त्रिभुजां दिखाई दे रही हैं। इहदे विच एक असी भुजा लै लित्ती त्रिभुज ए डी एफ अते त्रिभुज बी सी ई विच, इन्हां दोनों त्रिभुजां दे विच असी लेना है की लिता। सब तो पहला असी ए एफ डी जिहड़ा कोण हैगा वो बी ई सी कोण दे बराबर करता। की ये कोण बराबर ने, बराबर ने साडे कोल सब तो पहली चीज की आ गई, कोण ए एफ डी जिहड़ा हैगा वो कोण बी ई सी दे बराबर हैगा। क्यों बराबर हैगा, ए वाला कोण इहदे बराबर, क्योंकि ए एफ जिहड़ी हैगी वो समांतर हैगी बी ई दे अते काटवी रेखा, ये दोनों समांतर ने ते एफ सी की है इहदी काटवी रेखा हैगा। जेकर साडे कोल इदां दो समांतर रेखावां होण ते एक उन्हां दी काटवी रेखा होवे तां एफ बनाउण वाले कोण जिहड़े हुंदे ने वो बराबर हुंदे ने ते उन्हां नूं की किहा जांदा है, एफ बनाउण वाले कोणां नूं संगत कोण। तो इस करके इत्थे ये भी की आने संगत कोण। ए एफ समांतर आ गई बी सी दे अते काटवी रेखा एफ सी, काटवी रेखा एफ सी दा संगत कोण की आ गया है, काटवी रेखा एफ सी दा संगत कोण। इहनूं तुसीं नंबर दे दो 1। इसे तरह आ वाला जिहड़ा कोण हैगा ये भी इस वाले कोण दे बराबर होएगा। कोण ए डी एफ, कोण ए डी एफ जिहड़ा हैगा वो किहदे बराबर हैगा, कोण बी सी ई दे। इनू नंबर 2 दे दो। ए भी क्यों बराबर हैगा, क्योंकि जिहड़ा ए डी हैगा साडे कोल वो की हैगा समांतर बी सी दे। ए डी समांतर बी सी अते काटवी रेखा एफ सी दा संगत कोण, ठीक है। ए भी की बन गया संगत कोण। हुण देखो किसी भी त्रिभुज दे जेकर दो कोण बराबर होंदे ने तां की उहदा तीजा कोण बराबर होएगा। असीं कह सकते हैं कि उहदा तीजा कोण बराबर है, बिल्कुल कह सकते हैं। क्यों कह सकते हैं, क्योंकि सानू पता है कि त्रिभुज दे तीन कोणां दा जोड़ कितना हुंदा है, 180 डिग्री हुंदा है, ठीक है। ते जेकर किसी भी त्रिभुज दे मतलब इन्हां तिन्नां कोणां दा जोड़ इन्हां तिन्नां कोणां दे जोड़ दे बराबर होएगा।
ਉਹਦੇ ਵਿੱਚੋਂ ਜੇਕਰ ਸਾਡੇ ਕੋਲ ਦੋ ਕੋਣ ਇੱਥੇ ਦੋ ਕੋਣਾਂ ਦੇ ਬਰਾਬਰ ਹੈਗੇ ਤਾਂ ਇਹਦਾ ਮਤਲਬ ਇਹਦਾ ਤੀਜਾ ਕੋਣ ਵੀ ਕੀ ਹੋਏਗਾ ਸਾਡੇ ਕੋਲ ਬਰਾਬਰ ਹੋਏਗਾ, ਕਿਉਂਕਿ ਤ੍ਰਿਭੁਜ ਦੇ ਤਿੰਨ ਕੋਣਾਂ ਦਾ ਜੋੜ ਇਸ ਤ੍ਰਿਭੁਜ ਦੇ ਤਿੰਨ ਕੋਣਾਂ ਦੇ ਜੋੜ ਦੇ ਬਰਾਬਰ ਹੈ। ਇਸ ਕਰਕੇ ਜੇਕਰ ਆਹ ਵਾਲੇ ਕੋਣ ਤੇ ਆਹ ਵਾਲੇ ਦੋ ਕੋਣ ਜੇਕਰ ਸਾਡੇ ਕੋਲ ਬਰਾਬਰ ਆ ਗਏ, ਮਤਲਬ AFD BEF ਦੇ ਬਰਾਬਰ ਆ ਗਿਆ, ADF BCE ਦੇ ਬਰਾਬਰ ਆ ਗਿਆ, ਤਾਂ ਇਹਦਾ ਮਤਲਬ ਕੀ ਹੈ ਸਾਡੇ ਕੋਲ ਕਿ ਆ ਜਿਹੜਾ ਤੀਜਾ ਕੋਣ ਹੈਗਾ FAD ਜਾਂ ਕੋਣ DAF ਜਿਹੜਾ ਹੈਗਾ ਉਹ ਕਿਹਦੇ ਬਰਾਬਰ ਹੈਗਾ, ਕੋਣ CBE ਦੇ ਬਰਾਬਰ ਹੈਗਾ, CBE ਦੇ। ਇਹ ਕੀ ਹੈਗਾ ਤ੍ਰਿਭੁਜ ਦਾ ਤੀਜਾ ਕੋਣ। ਠੀਕ ਹੈ ਬੱਚੇ। ਹੁਣ ਅਸੀਂ ਸਾਡੇ ਕੋਲ ਏਦਾਂ ਦੀ ਕੋਈ ਪ੍ਰਾਪਰਟੀ ਨਹੀਂ ਹੈਗੀ ਕਿ ਜਿਹਦੇ ਨਾਲ ਅਸੀਂ ਇਹ ਕਹੀਏ ਕਿ ਜੇਕਰ ਕਿਸੇ ਵੀ ਤ੍ਰਿਭੁਜ ਦੇ ਤਿੰਨ ਕੋਣ ਬਰਾਬਰ ਹੋਣ ਤਾਂ ਉਹ ਤ੍ਰਿਭੁਜ ਸਰਬੰਸਮ ਹੁੰਦੇ ਨੇ। ਹੁੰਦਾ ਏਦਾਂ ਕਦੇ? ਅਸੀਂ ਤਿੰਨ ਕੋਣਾਂ ਦੇ ਨਾਲ ਤ੍ਰਿਭੁਜਾਂ ਨੂੰ ਸਰਬੰਸਮ ਨਹੀਂ ਕਰਦੇ ਨੇ। ਸਰਬੰਸਮ ਵਾਸਤੇ ਜਾਂ ਤਾਂ ਸਾਨੂੰ ਦੋ ਕੋਣ ਤੇ ਇੱਕ ਭੁਜਾ ਚਾਹੀਦੀ ਹੁੰਦੀ ਹੈ ਜਾਂ ਦੋ ਭੁਜਾਵਾਂ ਇੱਕ ਕੋਣ ਚਾਹੀਦਾ ਹੁੰਦਾ ਹੈ। ਇਹਦੇ ਵਿੱਚ ਸਾਡੇ ਕੋਲ ਤਿੰਨ ਕੋਣ ਆ ਗਏ ਬਰਾਬਰ। ਇਹਦੇ ਨਾਲ ਅੱਜ ਜੇਕਰ ਸਮਾਨਤਾ ਚਤੁਰਭੁਜ ਹੈ, ਸਮਾਨਤਾ ਚਤੁਰਭੁਜ ਦੀਆਂ ਸਮੁਖ ਭੁਜਾਵਾਂ ਜਿੱਦਾਂ ਸਮਾਂਤਰ ਹੁੰਦੀਆਂ ਨੇ ਉਸੇ ਤਰ੍ਹਾਂ ਸਮੁਖ ਭੁਜਾਵਾਂ ਬਰਾਬਰ ਵੀ ਹੁੰਦੀਆਂ ਨੇ। ਠੀਕ ਹੈ, ਆਹ ਵਾਲੀ ਭੁਜਾ ਵੀ ਇਹਦੇ ਬਰਾਬਰ ਹੋਏਗੀ। ਨਾਲ ਦੇ ਨਾਲ ਕੀ ਆ ਗਿਆ ਸਾਡੇ ਕੋਲ AF ਬਰਾਬਰ BE। ਕਿਉਂ? ਸਮਾਂਤਰ ਚਤੁਰਭੁਜ ਦੀਆਂ सम्मुख भुजावां क्यों है बराबर? समांतर चतुर्भुज दियां सन्मुख भुजावां। ठीक है बच्चे। जेकर चतुर्भुज समांतर चतुर्भुज ने ते ओदियां सन्मुख भुजावां समांतर दे नाल नाल बराबर भी हुंदियां ने। ते AF बराबर आ गया BE, इहनूं नंबर दिता 4। मतलब आ वाली भुजा जिहड़ी हैगी तुहाडी ओ इस भुजा दे बराबर है। ਹੁਣ ਜਿਹੜਾ ਅਸੀਂ ਸਰਬੰਸਮ ਕਰਨਾ ਹੈ, ਸਰਬੰਸਮ ਵਾਸਤੇ ਜੇਕਰ ਆਹ ਵਾਲੀ ਭੁਜਾ ਹੈ ਸਾਡੇ ਕੋਲ ਤਾਂ ਅਸੀਂ ਇਹ ਵਾਲੇ ਦੋ ਕੋਣ ਲੈਣੇ ਆ। ਇਹ ਵਾਲੇ ਕੋਣ ਕਿਹੜੇ ਕਿਹੜੇ ਨੇ? ਇੱਕ ਪਹਿਲੇ ਨੰਬਰ ਵਾਲਾ ਕੋਣ ਤੇ ਇੱਕ ਤੀਜੇ ਨੰਬਰ ਵਾਲਾ ਕੋਣ। ਅਸੀਂ ਕੀ ਕਰਾਂਗੇ 1 3 ਅਤੇ 4 ਤੋਂ ਅਸੀਂ ਇੱਕ ਨੰਬਰ ਵਾਲਾ ਕੋਣ ਲੈ ਲਿੱਤਾ, ਤੀਜੇ ਨੰਬਰ ਵਾਲਾ ਕੋਣ ਲੈ ਲਿੱਤਾ ਅਤੇ ਚੌਥੇ ਨੰਬਰ ਵਾਲੀ ਭੁਜਾ ਲੈ ਲਿੱਤੀ। 1 3 ਅਤੇ 4 ਤੋਂ ASA ਨਿਯਮ ਰਾਹੀਂ जेकर असी 1 3 ਅਤੇ 4 नंबर ਲੈਂਦੇ ਨੇ कोण कोण भुजा, ਇਹਦਾ मतलब कोण भुजा आ कोण भुजा ਤੇ कोण। ठीक है, कोण भुजा कोण ਕਿਹੜਾ ਨਿਯਮ ਹੋ ਗਿਆ? ASA ਨਿਯਮ ਦੁਆਰਾ। ਕੀ ਹੋ ਗਿਆ ਸਾਡੇ ਕੋਲ ਇਸ ਨਿਯਮ ਦੁਆਰਾ? त्रिभुज ADF ਜਿਹੜਾ ਹੈਗਾ ਉਹ ਕਿਹਦੇ ਸਰਬੰਸਮ ਆ ਗਿਆ? ਇਹ ਆ ਗਿਆ ਸਰਬੰਸਮ त्रिभुज ADF ਜਿਹੜਾ ਹੈਗਾ ਉਹ BCE ਦੇ ਸਰਬੰਸਮ ਆ ਗਿਆ। ਠੀਕ ਹੈ ਬੱਚੇ। ਅਸੀਂ ਕੀ ਕੀਤਾ? ਸਭ ਤੋਂ ਪਹਿਲਾਂ ਅਸੀਂ ਆਹ ਵਾਲੀ ਤੇ ਆਹ ਵਾਲੀ ਦੋ ਤ੍ਰਿਭੁਜ ਲਿੱਤੀਆਂ। ਇਹਦੇ ਵਿੱਚ ਸਭ ਤੋਂ ਪਹਿਲਾਂ AFD ਜਿਹੜਾ ਹੈਗਾ ਉਹ BEC ਦੇ ਬਰਾਬਰ ਸੀਗਾ ਸੰਗਤ ਕੋਣ। ਉਹਦੇ ਬਾਅਦ ADF BCE ਦੇ ਬਰਾਬਰ ਆ ਗਿਆ ਦੁਬਾਰਾ ਤੋਂ ਸੰਗਤ ਕੋਣ। ਤੇ ਆ ਤੀਜਾ ਕੋਣ ਤ੍ਰਿਭੁਜ ਦੇ ਤਿੰਨ ਕੋਣ ਹੋਣ ਕਰਕੇ ਇਹ ਬਰਾਬਰ ਆ ਗਿਆ ਕਿ ਜੇਕਰ ਦੋ ਕੋਣ ਬਰਾਬਰ ਹੋਣ ਤਾਂ ਤੀਜਾ ਕੋਣ ਵੀ बराबर होता है। नाल दी नाल असी समांतर भुजावां दियां सम्मुख भुजावां ले लित्तियां। AF जिहड़ी हैगी ओह BE दे बराबर है। हुण ASA दे नाल साडे कोल दोनों त्रिभुज की आ गए सरबंसम आ गए। जेकर दो त्रिभुज सरबंसम हुंदे ने ते इहदा मतलब उन्हां दा खेत्रफल भी की हुंदा साडे कोल बराबर हुंदा है। जेकर ये दोनों त्रिभुज सरबंसम आ गए ते इन्हां दा खेत्रफल भी की होएगा? बराबर होएगा। इहदा मतलब खेत्रफल में अस्सी बेटा AR ब्रैकेट करके लिखते हैं। AR मतलब एरिया, एरिया मतलब खेत्रफल। AR ऑफ त्रिभुज ADF जेड़ा हैगा वो की हो गया बराबर AR ऑफ त्रिभुज BCE। इहनूं असी नंबर देता 5। ठीक है, हुण असी करांगे चतुर्भुज दा खेत्रफल। इन्हां दे खेत्रफल बराबर आ गए। हुण मैं लिखिया चतुर्भुज ABCD दा खेत्रफल। ABCD ਦੇ ਖੇਤਰਫਲ ਨੂੰ ABCD ਇਹਦੇ ਖੇਤਰਫਲ ਨੂੰ ਮੈਂ ਦੋ ਹਿੱਸਿਆਂ ਵਿੱਚ ਵੰਡ ਸਕਦੀ ਹਾਂ। ਇੱਕ ਆ ਤ੍ਰਿਭੁਜ ਦਾ ਖੇਤਰਫਲ ਤੇ ਇੱਕ ਇਸ ਵਾਲੇ ਚਤੁਰਭੁਜ ABED ਦਾ ਖੇਤਰਫਲ। ਮੈਂ ਕੀ ਕੀਤਾ ਇਹਦੇ ਵਿੱਚ ਤ੍ਰਿਭੁਜ BCE ਦਾ ਖੇਤਰਫਲ ਜਮਾ ਨਾਲ ਕੀ ਕਰਤਾ ABED ਦਾ ਖੇਤਰਫਲ। ABED ਦਾ ਖੇਤਰਫਲ। ਹੁਣ ਪੰਜਵੇਂ ਨੰਬਰ ਦੇ ਵਿੱਚ ਅਸੀਂ ਕੀ ਕੀਤਾ ਸੀਗਾ ਕਿ ਜਿਹੜਾ BEC ਹੈ ਉਹਦਾ ਖੇਤਰਫਲ ADF ਦੇ ਬਰਾਬਰ ਹੈ।
ਤੇ ਇਹਨੂੰ ਅਸੀਂ ਏਦਾਂ ਲਿਖ ਸਕਦੇ ਨੇ ADF ਜਮਾ ਕੀ ਆ ਗਿਆ ABED ਦਾ ਖੇਤਰਫਲ। ਹੁਣ देखो ABED ਆ ਵਾਲਾ ਸਾਰਾ पोर्शन हो गया, ठीक है। नाल दी नाल की हो गया ਤੁਹਾਡੇ ਕੋਲ ADF ਆ ਵਾਲਾ पोर्शन ਤੇ ਆ ਕੀ ਬਣ ਗਿਆ ਪੂਰਾ ਆ ਵਾਲਾ ਚਤੁਰਭੁਜ ਬਣ ਗਿਆ। ਕੀ ਆ ਗਿਆ ਬਰਾਬਰ ਦੇ ਵਿੱਚ ਤੁਹਾਡੇ ਕੋਲ ABEF ਦਾ ਖੇਤਰਫਲ, ABEF ਦਾ ਖੇਤਰਫਲ, ठीक है। ਚਤੁਰਭੁਜ ABCD ਦਾ ਖੇਤਰਫਲ ਅਸੀਂ ABEF ਦੇ ਖੇਤਰਫਲ ਦੇ ਬਰਾਬਰ ਆ ਗਿਆ। यही ਅਸੀਂ ਹੱਲ ਕਰਨਾ ਸੀਗਾ। ਕੀ ਹੱਲ ਕਰਨਾ ਸੀਗਾ ਕਿ ਇੱਕੋ ਹੀ ਆਧਾਰ ਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ ਬਣੇ ਚਤੁਰਭੁਜ ਦਾ ਖੇਤਰਫਲ ਕੀ ਹੁੰਦਾ ਸਾਡੇ ਕੋਲ ਬਰਾਬਰ ਹੁੰਦਾ ਹੈਗਾ, ਸਮਾਨ ਹੁੰਦਾ ਹੈਗਾ। ਇਹ ਚੀਜ਼ ਹੱਲ ਹੋ ਗਈ। ਹੁਣ ਅਸੀਂ ਇਹਦੇ ਬਾਅਦ ਗੱਲ ਕਰਾਂਗੇ ਕਿ ਜੇਕਰ ਤ੍ਰਿਭੁਜ ਤੇ ਚਤੁਰਭੁਜ ਇੱਕੋ ਹੀ ਆਧਾਰ ਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ ਹੋਣ, ਇੱਕ ਤ੍ਰਿਭੁਜ ਤੇ ਇੱਕ ਚਤੁਰਭੁਜ ਇੱਕੋ ਹੀ ਆਧਾਰ ਤੇ ਹੈਗੇ ਅਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ ਹੋਣ। ਅਸੀਂ ਇੱਕੋ ਹੀ ਆਧਾਰ ਤੇ ਇੱਕ ਆਧਾਰ ਲੈ ਲਿੱਤਾ ਅਸੀਂ AB, ਠੀਕ ਹੈ। AB ਦੇ ਵਿੱਚ ਇੱਕ ਮੈਂ ਲਿੱਤਾ समांतर चतुर्भुज ABCD ਤੇ ਇਹਦੇ ਨਾਲ ਹੀ CD ਨੂੰ ਮਿਲਾ ਦਾਂਗੇ ਤਾਂ ਆ ਕੀ ਬਣ ਗਈ ਇੱਕ ਤ੍ਰਿਭੁਜ। ਆ ਜਿਹੜੀ ਹੈਗੀ AB ਇੱਕੋ ਹੀ ਆਧਾਰ ਹੈਗਾ, ਇੱਕੋ ਹੀ ਆਧਾਰ ਤੇ ਇੱਕ ਤ੍ਰਿਭੁਜ ਬਣ ਰਹੀ ਹੈ ABD। तीन बिंदु तीन लाइना तो बनी बंद फिगर ਜਿਹੜੀ ਹੁੰਦੀ ਹੈ ਉਹਨੂੰ ਕੀ ਕਹਿੰਦੇ ਨੇ ਤ੍ਰਿਭੁਜ। मतलब ABD ਕੀ ਹੈਗੀ ਤੁਹਾਡੇ ਕੋਲ ਤ੍ਰਿਭੁਜ ਤੇ ਨਾਲ ਦੀ ਨਾਲ ABCD ਕੀ ਹੈਗਾ ਤੁਹਾਡੇ ਕੋਲ ਇੱਕ ਸਮਾਂਤਰ ਚਤੁਰਭੁਜ। ਇਹ ਵੀ ਕੀ ਹੈਗੇ ਤ੍ਰਿਭੁਜ ਤੇ ਚਤੁਰਭੁਜ ਵੀ ਇੱਕੋ ਹੀ ਆਧਾਰ ਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ ਨੇ। ਪਹਿਲਾਂ ਅਸੀਂ ਕੀਤਾ ਸੀਗਾ ਇੱਕੋ ਹੀ ਆਧਾਰ ਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ ਬਣੇ ਚਤੁਰਭੁਜ ਖੇਤਰਫਲ ਵਿੱਚ ਸਮਾਨ ਹੁੰਦੇ ਨੇ। ਹੁਣ ਅਸੀਂ ਕਰਨਾ ਹੈਗਾ ਇੱਕੋ ਹੀ ਆਧਾਰ ਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ ਬਣੇ ਤ੍ਰਿਭੁਜ ਦਾ ਖੇਤਰਫਲ, ਵਿਚਕਾਰ ਬਣੇ ਤ੍ਰਿਭੁਜ ਦਾ ਖੇਤਰਫਲ ਚਤੁਰਭੁਜ ਦੇ ਖੇਤਰਫਲ ਦਾ, ਤ੍ਰਿਭੁਜ ਦਾ ਖੇਤਰਫਲ ਚਤੁਰਭੁਜ ਦੇ ਖੇਤਰਫਲ ਦਾ ਅੱਧਾ ਹੁੰਦਾ ਹੈਗਾ, ਠੀਕ ਹੈ, ਅੱਧਾ ਹੁੰਦਾ ਹੈ। ਇਹਦੇ ਵਿੱਚ ਵੀ ਦਿੱਤਾ ਹੈਗਾ ਸਾਨੂੰ ਇੱਕ ਤ੍ਰਿਭੁਜ ABD ਅਤੇ ਇੱਕ ਚਤੁਰਭੁਜ ABCD ਜਿਹੜੇ ਹੀ ਇੱਕੋ ਆਧਾਰ ADP ਅਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ ਨੇ। ਇਹਦੇ ਵਿੱਚ ਅਸੀਂ ਸਿੱਧ ਕੀ ਕਰਨਾ ਹੈਗਾ, ਸਿੱਧ ਕਰਨਾ ਹੈ ABD ਦਾ ਖੇਤਰਫਲ ਬਰਾਬਰ 1/2 ABCD ਦਾ ਖੇਤਰਫਲ, ਠੀਕ ਹੈ। ਇਹਦੇ ਵਿੱਚ ਅਸੀਂ ABD ਦਾ ਖੇਤਰਫਲ 1/2 ABCD ਦੇ ਖੇਤਰਫਲ ਦੇ ਬਰਾਬਰ ਸਿੱਧ ਕਰਨਾ ਹੈਗਾ। ਇਹਦੇ ਵਿੱਚ ਅਸੀਂ ਰਚਨਾ ਕਰਾਂਗੇ। ਕੀ ਰਚਨਾ ਕਰਾਂਗੇ, D ਤੋਂ AB ਉੱਤੇ, D ਤੋਂ AB ਉੱਤੇ ਲੰਬ DE बनाओ, ठीक है। हुण सबूत विच असीं की कीता, सब तो पहला असीं करना है ABCD दा खेत्रफल। ABCD दा खेत्रफल, खेत्रफल की हुंदा है आधार गुना लंब। ABCD दा खेत्रफल की हुंदा है आधार गुना लंब। हुण समांतर चतुर्भुज ABCD विच आधार की हैगा साडे कोल AB ਤੇ ਲੰਬ ਕੀ ਹੈਗਾ ਸਾਡੇ ਕੋਲ DE। ਤਾਂ ਇਹ ਕਿੰਨਾ ਆ ਗਿਆ AB ਗੁਣਾ DE, ਠੀਕ ਹੈ। ਇਹਨੂੰ ਨੰਬਰ 1 ਦਿੱਤਾ। ABCD ਦਾ ਖੇਤਰਫਲ AB ਗੁਣਾ DE। ਉਹਦੇ ਬਾਅਦ ਅਸੀਂ ਕਰਾਂਗੇ ਤ੍ਰਿਭੁਜ ABD ਦਾ ਖੇਤਰਫਲ। ਤ੍ਰਿਭੁਜ ਦਾ ਖੇਤਰਫਲ ਕੀ ਹੁੰਦਾ ਹੈ 1/2 ਗੁਣਾ ਆਧਾਰ ਗੁਣਾ ਲੰਬ। ਤੇ ਇਹ ਕਿੰਨਾ ਆ ਗਿਆ ਸਾਡੇ ਕੋਲ 1/2 ਗੁਣਾ AB ਗੁਣਾ DE। AB ਗੁਣਾ DE ਸਾਡੇ ਕੋਲ ਉੱਪਰ ਸੀਗੀ ਤਾਂ ਇਹਨੂੰ ਅਸੀਂ ਏਦਾਂ ਲਿਖ ਸਕਦੇ ਨੇ 1/2 ਗੁਣਾ AB ਗੁਣਾ DE ਕੀ ਬਣ ਗਿਆ ABCD ਦਾ ਖੇਤਰਫਲ। ਇਹ ਕੀ ਬਣ ਗਿਆ 1/2 ABCD ਦਾ ਖੇਤਰਫਲ, ਠੀਕ ਹੈ। ਇਹੀ ਚੀਜ਼ ਅਸੀਂ ਹੱਲ ਕਰਨੀ ਸੀਗੀ ਕਿ ਸਾਡੇ ਕੋਲ ABD ਦਾ ਖੇਤਰਫਲ ਜਿਹੜਾ ਹੈਗਾ
ਉਹ ए बी सी डी ਦੇ ਖੇਤਰਫਲ ਦਾ ਅੱਧਾ ਹੁੰਦਾ ਹੈ। ਅਸੀਂ ਕੀ ਕੀਤਾ, डी ਤੋਂ ਲੰਬ ਬਣਾਇਆ DE, AB ਉੱਤੇ ਆਧਾਰ ਤਾਂ ਤ੍ਰਿਭੁਜ ਦਾ ਤੇ ਸਮਾਂਤਰ ਚਤੁਰਭੁਜ ਦਾ ਇੱਕੋ ਹੀ ਸੀਗਾ AB। ਪਹਿਲਾਂ ਅਸੀਂ ਸਮਾਂਤਰ ਚਤੁਰਭੁਜ ਦਾ ਖੇਤਰਫਲ ਲਿੱਤਾ, ਉਹ ਖੇਤਰਫਲ ਕੀ ਆ ਗਿਆ, ਆਧਾਰ ਗੁਣਾ ਲੰਬ AB ਗੁਣਾ DE। फिर जो असी त्रिभुज का खेत्रफल लिता, त्रिभुज का खेत्रफल आ गया 1/2 गुना आधार गुना लंब, मतलब 1/2 गुना AB गुना DE। AB गुना DE जिहड़ा सीगा वो की सीगा साडे कोल ABCD का खेत्रफल, ते इस करके ABD का खेत्रफल की आ गया साडे कोल 1/2 ABCD का खेत्रफल। यही चीज़ असी हल करनी सी बेटा कि पहला असी किता सीगा कि जेकर दो समांतर चतुर्भुज इक्को ही आधार ते होण तां उन्हां दे खेत्रफल बराबर हुंदे ने। दूजी चीज़ असी की कि त्रिभुज ते चतुर्भुज इक्को ही आधार ते होण तां त्रिभुज का खेत्रफल चतुर्भुज के खेत्रफल का अद्धा हुंदा है। इस तो बाद असी करांगे कि जेकर दो त्रिभुज इक्को ही आधार ते होण तां ओह भी की हुंदा है, खेत्रफल दे विच समान हुंदे ने, बराबर हुंदे ने। अगली थ्योरम साडी की कहंदी हैगी कि जेकर दो त्रिभुज इक्को ही आधार ते समांतर रेखावां दे विचकार होण तां उन्हां दे खेत्रफल भी बराबर हुंदे ने। असी हुण थ्योरम करांगे थ्योरम इक्को ही आधार, ये सारी एक नाल ही रिलेटेड है, ठीक है। इक्को ही आधार अते समांतर रेखावां दे विचकार, समांतर रेखावां दे विचकार बने त्रिभुजां दे खेत्रफल, बने त्रिभुज खेत्रफल विच समान हुंदे ने, ठीक है। इक्को ही आधार अते इक्को ही समांतर रेखावां दे विचकार बने त्रिभुज खेत्रफल विच समान हुंदे हन, समान हुंदे हन। की कीता असीं एक चतुर्भुज लै लिता, समांतर चतुर्भुज ABCD। एक साडे कोल समांतर चतुर्भुज हैगा ABCD, ਇਹਦੇ ਵਿੱਚ ਇੱਕ मैं त्रिभुज लै लिती, इथों मैं एक बिंदु E लै लिता कि AEB एक त्रिभुज हैगी, ठीक है। तो एक मैं इत्थे लै लिता F कि साडे कोल AFB एक त्रिभुज हैगी, ठीक है। इन्हां दे दोनों त्रिभुजां दे आधार इक्को जिहे हैगे AB अते दोनों ही CD नूं छू रही है, इसका मतलब समांतर भुजावां AB अते CD दे विचकार ने। ये तुसीं पहलां भी पढ़ चुके हो कि जेकर ऐदां दा कोई होवे, सॉरी ऐदां दा कोई भी समांतर चतुर्भुज हैगा ते त्रिभुज ऐदां दा होवे तां इहनूं समांतर भुजावां दे विचकार नहीं कहंदे। समांतर भुजावां दे विचकार कदों हुंदा है कि इहदा एक बिंदु जिहड़ा हैगा वो समांतर भुजावां दे उत्ते होवे तां इह त्रिभुज जिहड़ा हैगा ये समांतर भुजावां दे विचकार है। ਇਹਦੇ ਵਿੱਚ ਸਾਨੂੰ ਕੀ ਦਿੱਤਾ ਹੈਗਾ, ਦਿੱਤਾ ਹੈਗਾ त्रिभुज ABE ਅਤੇ त्रिभुज ABF इको आधार AB ਅਤੇ समांतर रेखावां विचकार, ठीक है। दोनों जिहड़ी हैगी ਉਹ इको आधार AB ਅਤੇ समांतर रेखावां ਦੇ ਵਿਚਕਾਰ है। ਇਹਦੇ ਵਿੱਚ ਅਸੀਂ सिद्ध की करना हैगा, सिद्ध करना है ABE ਦਾ ਖੇਤਰਫਲ, ABE ਦਾ ਜਿਹੜਾ ਖੇਤਰਫਲ ਹੈਗਾ ਉਹ ਖੇਤਰਫਲ ABF ਦੇ बराबर है, ठीक है। की सिद्ध करना है असी ABE का खेत्रफल ABF के खेत्रफल के बराबर है। सबूत, सबूत विच असी की करांगे, सब तो पहला असी लै लिता ABE का खेत्रफल। ABE का खेत्रफल साडे कोल की आ जाना है, असी लिता ABE का खेत्रफल, वो आ गया 1/2 ABCD का खेत्रफल। ये असी पिछले हम नहीं करके चुके ने कि त्रिभुज ते चतुर्भुज इको ही आधार ते होण दा त्रिभुज का खेत्रफल की होंदा, चतुर्भुज के खेत्रफल का अद्धा होंदा है। इहनूं नंबर 1 दिता। उसे तरह
ਅਸੀਂ ABF ਲਵਾਂਗੇ ਜੇਕਰ, ਤੇ ABF ਦਾ ਖੇਤਰਫਲ ਵੀ ਕੀ ਆ ਜਾਣਾ 1/2 ABCD ਦਾ ਖੇਤਰਫਲ। ਇਹਨੂੰ ਅਸੀਂ ਨੰਬਰ ਦਿੱਤਾ 2। ਇਹ ਦੋਨੋਂ ਕਿਉਂ ਆਏ ਨੇ ਅੱਗੇ? ਇੱਕੋ ਹੀ ਆਧਾਰ AB ਅਤੇ ਇੱਕੋ ਹੀ ਸਮਾਂਤਰ ਰੇਖਾਵਾਂ ਦੇ ਵਿਚਕਾਰ। ਇਹਦਾ ਕਾਰਨ ਕੀ ਲਿਖਾਂਗੇ? ਇੱਕੋ ਹੀ ਆਧਾਰ AB ਅਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ, ਅਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ। ਠੀਕ ਹੈ ਬੱਚੇ, ਤਾਂ ਇਸ ਕਰਕੇ त्रिभुज का खेत्रफल 1/2 ABCD का खेत्रफल आ गया, ABF का खेत्रफल 1/2 ABCD का खेत्रफल आ गया। 1 ਅਤੇ 2 ਤੋਂ 1 ਅਤੇ 2 ਤੋਂ ਸਾਡੇ ਕੋਲ ਜੇਕਰ ਇਹਨਾਂ ਦਾ ਖੱਬਾ ਪਾਸਾ ABCD ਦਾ ਖੇਤਰਫਲ ABCD ਦਾ ਖੇਤਰਫਲ ਇਹਨਾਂ ਦਾ ਦੋਨਾਂ ਦਾ ਸੱਜਾ ਪਾਸਾ ਸਾਡੇ ਕੋਲ ਬਰਾਬਰ ਹੈਗਾ। ਜੇਕਰ ਸੱਜਾ ਪਾਸਾ ਬਰਾਬਰ ਹੈਗਾ ਤਾਂ ਇਹਦਾ ਮਤਲਬ ਇਹਨਾਂ ਦਾ ਖੱਬਾ ਪਾਸਾ ਵੀ ਕੀ ਹੋਏਗਾ? ਬਰਾਬਰ ਹੋਏਗਾ। ABD ਤੋਂ ਕੀ ਆ ਗਿਆ? ABE ਦਾ ਜਿਹੜਾ ਖੇਤਰਫਲ ਹੈਗਾ ਉਹ ABF ਦੇ ਖੇਤਰਫਲ ਦੇ ਬਰਾਬਰ ਹੈਗਾ। ਠੀਕ ਹੈ, ਇਹੀ ਚੀਜ਼ ਅਸੀਂ ਹੱਲ ਕਰਨੀ ਸੀਗੀ ਕਿ ਜੇਕਰ ਤ੍ਰਿਭੁਜ ਦੋ ਤ੍ਰਿਭੁਜ ਇੱਕੋ ਹੀ ਆਧਾਰ ਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ ਹੋਣ ਤਾਂ ਉਹਨਾਂ ਦਾ ਖੇਤਰਫਲ ਵੀ ਬਰਾਬਰ ਹੁੰਦਾ ਹੈਗਾ। ਇਹਦੇ ਬਾਅਦ ਦੇਖੋ ਬੱਚੋ, ਅਸੀਂ ਅੱਜ ਜੋ ਕੁਝ ਪੜਿਆ, ਅਸੀਂ ਕੀ ਪੜਿਆ ਇਹਦੇ ਵਿੱਚ ਕਿ ਜੇਕਰ ਦੋ ਚਤੁਰਭੁਜ ਇੱਕੋ ਹੀ ਆਧਾਰ ਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ ਹੋਣ ਤਾਂ ਉਹਨਾਂ ਦਾ ਖੇਤਰਫਲ ਇੱਕੋ ਜਿਹਾ ਹੁੰਦਾ ਹੈ। ਦੂਜੀ ਅਸੀਂ ਕੀਤੀ ਕਿ ਜੇਕਰ ਦੋ त्रिभुज ਇੱਕੋ ਹੀ ਆਧਾਰ ਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ ਹੋਣ ਤਾਂ ਉਹਨਾਂ ਦਾ ਵੀ ਖੇਤਰਫਲ ਬਰਾਬਰ ਹੁੰਦਾ ਹੈ। ਤੇ ਤੀਜਾ ਅਸੀਂ ਕੀਤਾ ਕਿ ਜੇਕਰ ਇੱਕ त्रिभुज ਤੇ ਇੱਕ ਚਤੁਰਭੁਜ ਇੱਕੋ ਹੀ ਆਧਾਰ ਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ ਹੋਣ ਤਾਂ त्रिभुज ਦਾ ਖੇਤਰਫਲ ਜਿਹੜਾ ਹੁੰਦਾ ਹੈ ਉਹ ਚਤੁਰਭੁਜ ਦੇ ਖੇਤਰਫਲ ਦਾ ਅੱਧਾ ਹੁੰਦਾ ਹੈਗਾ। ਹੁਣ ਅਸੀਂ ਕਰਾਂਗੇ ਕਿ ਜੇਕਰ ਦੋ त्रिभुजां ਅਤੇ ਜਾਂ ਦੋ ਚਤੁਰਭੁਜਾਂ ਦਾ ਖੇਤਰਫਲ, ਅਸੀਂ ਹਜੇ ਤੱਕ ਦਾ ਖੇਤਰਫਲ ਸਮਾਨ ਕਰ ਰਹੇ ਸੀਗੇ ਨਾ, ਹੁਣ ਇਹਦੇ ਵਿੱਚ ਅਸੀਂ ਕਹਿ ਰਹੇ ਹਾਂ ਕਿ ਦੋ त्रिभुजां ਜਾਂ ਦੋ ਚਤੁਰਭੁਜਾਂ ਦਾ ਖੇਤਰਫਲ ਸਮਾਨ ਹੋਵੇ ਅਤੇ ਇੱਕੋ ਹੀ ਆਧਾਰ ਤੇ ਸਥਿਤ ਹੋਣ ਅਤੇ ਉਹ ਇੱਕੋ ਹੀ ਆਧਾਰ ਤੇ ਸਥਿਤ ਹੋਣ ਤਾਂ ਉਹ ਸਮਾਂਤਰ ਭੁਜਾਵਾਂ ਦੇ ਵਿਚਕਾਰ ਹੁੰਦੀ ਹੈ। ਤਾਂ ਉਹ ਸਮਾਂਤਰ ਭੁਜਾਵਾਂ ਦੇ ਵਿਚਕਾਰ ਹੁੰਦੀ ਹੈ। ਠੀਕ ਹੈ ਬੱਚੇ, ਇਹਦਾ ਮਤਲਬ ਕੀ ਹੈਗਾ ਸਾਡੇ ਕੋਲ ਕਿ ਜੇਕਰ ਅਸੀਂ ਕਹਿ ਰਹੇ ਹਾਂ ਹੁਣ ਅਸੀਂ ਕੀ ਲੈ ਕੇ ਚੱਲ ਰਹੇ ਹਾਂ ਕਿ ਜੇਕਰ ਸਾਡੇ ਕੋਲ ਦੋ त्रिभुजां ਦੇ ਖੇਤਰਫਲ ਬਰਾਬਰ ਨੇ ਜਿਹੜੇ ਕਿ ਇੱਕੋ ਹੀ ਆਧਾਰ ਉੱਤੇ ਹਨ, ਜਾਂ ਦੋ ਚਤੁਰਭੁਜਾਂ ਦੇ ਖੇਤਰਫਲ ਬਰਾਬਰ ਨੇ ਜਿਹੜੇ ਕਿ ਇੱਕੋ ਹੀ ਆਧਾਰ ਉੱਤੇ ਹਨ। ਹੁਣ ਸਾਨੂੰ ਖੇਤਰਫਲ ਵੀ ਬਰਾਬਰ ਦਿੱਤਾ ਹੋਇਆ ਹੈ ਤੇ ਆਧਾਰ ਵੀ ਉਹਨਾਂ ਨੇ ਸੇਮ ਕਿਹਾ ਹੈ, ਤਾਂ ਅਸੀਂ ਕੀ ਲੈ ਕੇ ਚੱਲਾਂਗੇ ਕਿ ਇਹਦਾ ਮਤਲਬ ਉਹ ਜਿਹੜੀਆਂ ਰੇਖਾਵਾਂ ਦੇ ਵਿਚਕਾਰ ਨੇ ਉਹ ਰੇਖਾਵਾਂ ਆਪਸ ਦੇ ਵਿੱਚ ਕੀ ਹੈਗੀਆਂ? ਸਮਾਂਤਰ ਹੈਗੀਆਂ। ਜਿੱਦਾਂ ਕਿ ਅਸੀਂ आज ਲੈ ਕੇ ਚੱਲ ਰਹੇ ਹਾਂ ਕਿ ਇੱਕ त्रिभुज ਸਾਡੇ ਕੋਲ ਹੈਗਾ ABC ਤੇ ਇੱਕ त्रिभुज ਅਸੀਂ ਲੈ ਲਿੱਤਾ ABD। ABC ਦਾ ਜਿਹੜਾ ਖੇਤਰਫਲ ਹੈਗਾ ਸਾਡੇ ਕੋਲ, ABC ਦਾ ਖੇਤਰਫਲ ABD ਦੇ ਖੇਤਰਫਲ ਦੇ ਬਰਾਬਰ ਹੈਗਾ, ਤਾਂ ਇਹਦਾ ਮਤਲਬ ਜਿਹੜੀ CD ਹੈਗੀ ਉਹ AB ਦੇ ਸਮਾਂਤਰ ਹੋਏਗੀ। ਠੀਕ ਹੈ, ਕਿਉਂਕਿ ਇਹਨਾਂ ਦਾ ਆਧਾਰ ਇੱਕੋ ਹੀ ਹੈਗਾ। ਤੇ ਇਹਦਾ ਮਤਲਬ ਜੇਕਰ ਏਰੀਆ त्रिभुज ਦਾ ABC ਦਾ ਸਾਡੇ ਕੋਲ ABD ਦੇ ਬਰਾਬਰ ਹੈਗਾ ਤਾਂ ਇਹਦਾ ਮਤਲਬ AB ਜਿਹੜੀ ਹੈਗੀ ਉਹ ਸਮਾਂਤਰ ਹੋਏਗੀ CD ਦੇ। ਠੀਕ ਹੈ ਬੱਚੇ, ਆ ਚੀਜ਼ ਤੁਹਾਨੂੰ ਸਮਝ ਆ ਗਈ ਹੋਣੀ ਹੈ ਕਿ ਜੇਕਰ ਦੋ त्रिभुजां ਦਾ ਆਧਾਰ ਇੱਕੋ ਹੀ ਹੋਵੇ ਤੇ ਉਹਨਾਂ ਦੇ ਖੇਤਰਫਲ ਵੀ ਬਰਾਬਰ ਹੋਣ ਤਾਂ ਉਹ ਦੋਨੇ ਭੁਜਾਵਾਂ ਸਮਾਂਤਰ ਭੁਜਾਵਾਂ ਦੇ ਵਿਚਕਾਰ ਹੁੰਦੀਆਂ ਨੇ। ਉਮੀਦ ਕਰਦੀ ਹਾਂ ਕਿ ਅੱਜ ਦਾ ਇਹ ਟੌਪਿਕ ਜਿਹੜਾ ਹੈਗਾ ਸਮਾਂਤਰ ਚਤੁਰਭੁਜ ਤੇ त्रिभुजां ਦਾ ਖੇਤਰਫਲ, ਇਹ ਤੁਹਾਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਹੈ। ਧੰਨਵਾਦ।